ਇੱਥੇ ਇੱਕ ਫਕੀਰ ਦੀ ਗੱਲ ਸਾਨੂੰ ਯਾਦ ਆ ਰਹੀ ਹੈ। ਇਹ ਫਕੀਰ ਇੱਕ ਦਿਨ ਇੱਕ ਨਗਰ 'ਚ ਪਹੁੰਚੇ। ਉਹ ਨਗਰ ਸੀ ਪੁਰੋਹਿਤਾਂ ਦਾ ਨਗਰ, ਕਿਉਂਕਿ ਉੱਥੇ ਸਾਰੇ ਪੰਡਿਤ ਪੁਰੋਹਿਤ ਰਹਿਣ ਵਾਲੇ ਸੀ। ਉੱਚੀ ਕੁਲ ਦਾ ਨਗਰ, ਕਿਉਂਕਿ ਕਈ ਜਗ੍ਹਾ ਤੁਸੀਂ ਕਈ ਪਿੰਡਾਂ 'ਚ ਦੇਖਦੇ ਹੋ, ਕਈ ਸ਼ਹਿਰਾਂ 'ਚ ਦੇਖਦੇ ਹੋ, ਮਹੱਲੇ ਬਣੇ ਹੋਏ ਹੈ। ਇਹ ਫਲਾਣੇ ਧਰਮ ਦਾ ਮਹੱਲਾ ਹੈ, ਇਹ ਫਲਾਨੀ ਕੌਮ ਦਾ ਮਹੱਲਾ ਹੈ, ਇਹ ਫਲਾਨਾ ਏਰੀਆ ਹੈ, ਇੱਥੇ ਆਹੀ ਰਹਿੰਦੇ ਆ। ਆਹ ਏਰੀਆ ਕਿਹਨਾਂ ਦਾ ਹੈ? ਬ੍ਰਾਹਮਣਾਂ ਦਾ ਹੈ ਜੀ। ਆਹ ਏਰੀਆ ਕਿਹਨਾਂ ਦਾ ਜੀ? ਫਲਾਨਿਆਂ ਦਾ ਜੀ, ਘੁਮਾਰਾਂ ਦਾ ਹੈ ਜੀ, ਇਹ ਤਰਖਾਣਾ ਦਾ ਜੀ ਏਰੀਆ ਹੈ। ਬਹੁਤ ਪਿੰਡਾਂ 'ਚ ਬਹੁਤ ਏਰੀਆ 'ਚ ਇਦਾਂ ਹੁੰਦੀ ਹੈ ਕਿ ਆਪਣੀ ਜਾਤ ਦੇ ਹਿਸਾਬ ਨਾਲ ਅਸੀਂ ਏਰੀਏ ਵੰਡੇ ਹੁੰਦੇ ਆ। ਇਸੇ ਤਰ੍ਹਾਂ ਉਹ ਫਕੀਰ, ਉਹ ਸੰਤ ਇੱਕ ਨਗਰ 'ਚ ਪਹੁੰਚੇ ਤਾਂ ਉਹ ਨਗਰਾ ਪੁਰੋਹਿਤਾਂ ਦਾ ਸੀ, ਬ੍ਰਾਹਮਣਾਂ ਦਾ ਨਗਰ ਸੀ। ਉੱਥੇ ਹੋਰ ਕੋਈ ਰਹਿ ਹੀ ਨਹੀਂ ਸਕਦਾ ਸੀ, ਹੋਰ ਕੋਈ ਜਾ ਹੀ ਨਹੀਂ ਸਕਦਾ ਸੀ। ਔਰ ਉਸ ਵੇਲੇ ਊਚ ਨੀਚ ਜਾਤ ਪਾਤ ਦੇ ਭੇਦਭਾਵ ਬੜੇ ਸੀ। ਜਿੱਦਾਂ ਹੀ ਫਕੀਰ ਉਸ ਨਗਰ ਅੰਦਰ ਗਏ ਤਾਂ ਨਗਰ ਦੇ ਮੁਖੀਏ ਨੂੰ ਪਤਾ ਲੱਗਾ ਕਿ ਕੋਈ ਆਦਮੀ ਸਾਡੇ ਨਗਰ 'ਚ ਆਇਆ ਹੈ। ਮੁਖੀਏ ਨੇ 4-5 ਬੰਦੇ ਇਕੱਠੇ ਕੀਤੇ ਕਿ ਚਲੋ ਪਹਿਲਾਂ ਪੁੱਛ ਲਈਏ ਇਹਨੂੰ, ਇਹ ਹੈ ਕੌਣ, ਇਹਦੀ ਜਾਤ ਕੀ ਹੈ, ਇਹਦਾ ਧਰਮ ਕੀ ਹੈ। ਅਗਰ ਇਹ ਬ੍ਰਾਹਮਣ ਹੈ, ਪੁਰੋਹਿਤ ਹੈ, ਪੰਡਿਤ ਹੈ, ਫਿਰ ਸਾਡੇ ਨਗਰ 'ਚ ਰਹਿ ਸਕਦਾ ਹੈ। ਤਾਂ ਜੇ ਇਹ ਪੰਡਿਤ ਨਹੀਂ ਹੈ, ਪੁਰੋਹਿਤ ਨਹੀਂ ਹੈ, ਤੈਨੂੰ ਨਗਰ 'ਚੋਂ ਬਾਹਰ ਕੱਢ ਦਈਏ, ਕਿਉਂਕਿ ਕੋਈ ਨੀਵੀਂ ਜਾਤ ਵਾਲਾ ਸਾਡੇ ਨਗਰ 'ਚ ਨਹੀਂ ਆ ਸਕਦਾ, ਸਾਡੇ ਮੁਹੱਲੇ 'ਚ ਨਹੀਂ ਆ ਸਕਦਾ। ਕਹਿੰਦੇ 4-5 ਮੈਂਬਰ ਇਕੱਠੇ ਹੋ ਕੇ ਚਲੇ ਗਏ। ਉਧਰੋਂ ਫਕੀਰ ਆ ਰਹੇ ਹੈ। ਦੂਰੋਂ ਹੀ ਉਹਨਾਂ ਨੇ ਫਕੀਰਾਂ ਨੂੰ ਆਂਦਿਆਂ ਦੇਖ ਲਿਆ, ਬੈਠੇ ਸੀ ਚੁਰਾਹੇ 'ਚ, ਆਂਦੇ ਦੇਖ ਲਿਆ ਇਹ ਕੌਣ ਆ ਰਿਹਾ, ਪਹਿਲੀ ਵਾਰ ਦੇਖ ਰਹੇ ਇਸ ਨੂੰ, ਪਤਾ ਕਰੀਏ ਕਿਹੜਾ ਧਰਮ ਹੈ ਇਹਦਾ, ਕਿਹੜੀ ਜਾਤ ਹੈ। ਚਲੇ ਗਏ ਇਕੱਠੇ ਹੋ ਕੇ, ਫਕੀਰਾਂ ਨੂੰ ਜਾ ਕੇ ਘੇਰ ਲਿਆ। ਫਕੀਰ ਖੜੇ ਹੋ ਗਏ ਤਾਂ ਉਸ ਵੇਲੇ ਮੁਖੀਆ ਬੋਲਣ ਲੱਗਾ ਕਿ ਤੂੰ ਕੌਣ ਹੈ, ਤੈਨੂੰ ਪਹਿਲੀ ਵਾਰ ਦੇਖ ਰਹੇ, ਤੂੰ ਅਜਨਬੀ ਲੱਗਦਾ ਹੈ, ਕਿੱਥੋਂ ਆਇਆ ਹੈ, ਤੇਰੀ ਜਾਤ ਕੀ ਹੈ। क्योंकि उस वेले 4 सवाल पूछे गए फकीर तो कि क्या तुम्हारी जात है, क्या तुम्हारा नाम, कौन तुम्हारा इष्ट है, कहां तुम्हारा गांव। कि तेरी जात की है, तेरा नाम की है, क्योंकि जात तो पता लग जाएगा, नाम तो ही पता लग जाएगा कि ਇਹਦੀ जात की है, नाम की है, और तेरा इष्ट कौन है। इष्ट कह ਦਿੰਦੇ ਭਗਵਾਨ ਨੂੰ, ਜਿਹਨੂੰ ਤੂੰ ਮੰਨਦਾ ਹੈ। ਕਿਉਂਕਿ ਤੁਸੀਂ ਦੇਖੋਗੇ ਕਿ ਹਰੇਕ ਨੇ ਆਪਣਾ ਆਪਣਾ ਇਸ਼ਟ ਭਗਵਾਨ ਅਲੱਗ-ਅਲੱਗ ਬਣਾਇਆ ਹੁੰਦਾ ਹੈ। ਬੋਲੋ ਹੁੰਦਾ ਹੈ ਕਿ ਨਹੀਂ? ਕੋਈ ਕਹਿੰਦਾ ਮੈਂ ਕ੍ਰਿਸ਼ਨ ਨੂੰ ਮੰਨ ਰਿਹਾ ਹਾਂ, ਕੋਈ ਕਹਿੰਦਾ ਮੈਂ ਵਿਸ਼ਨੂੰ ਦੀ ਪੂਜਾ ਕਰ ਰਿਹਾ ਹਾਂ, ਕੋਈ ਕਹਿੰਦਾ ਹੈ ਮੈਂ ਸ਼ਿਵ ਜੀ ਨੂੰ ਮੰਨਦਾ ਹਾਂ, ਕੋਈ ਕਹਿੰਦਾ ਮੈਂ ਕਿਸੇ ਨੂੰ ਮੰਨਦਾ ਹਾਂ। ਕਿਉਂਕਿ ਬੰਦੇ ਨੇ ਭਗਵਾਨ ਵੀ ਆਪਣੇ ਅਲੱਗ-ਅਲੱਗ ਬਣਾਏ ਹੋਏ ਹੈ, ਔਰ ਫਿਰ ਗੁਰੂ ਵੀ ਅਲੱਗ-ਅਲੱਗ ਬਣਾਏ ਹੋਏ ਆ। ਮੇਰਾ ਆਹ ਗੁਰੂ ਹੈ, ਮੇਰਾ ਗੁਰੂ ਹੈ, ਇਹ ਕਿਸੇ ਹੋਰ ਦਾ ਨਹੀਂ ਹੈ, ਸਾਡਾ ਗੁਰੂ ਆ। ਅੱਜ ਇਨਸਾਨ ਨੇ ਭਗਵਾਨ ਤੇ ਵੀ, ਗੁਰੂਆਂ ਸੰਤਾਂ ਤੇ ਵੀ ਆਪਣਾ ਹੱਕ ਜਮਾ ਲਿਆ, ਮੇਰਾ। ਔਰ ਅਸੀਂ ਤਾਂ ਕਈ ਵਾਰ ਕਹੀਦਾ ਹੈ ਕਿ ਅੱਜ ਹਾਲਾਤ ਐਸੇ ਹੈ ਨਾ, ਅੱਜ ਬੰਦੇ ਨੇ ਇਦਾਂ ਦਾ ਕਬਜ਼ਾ ਪਰਮਾਤਮਾ ਤੇ ਕੀਤਾ ਹੋਇਆ ਹੈ ਨਾ ਕਿ ਜੇ ਪਰਮਾਤਮਾ ਵੀ ਥੱਲੇ ਆ ਜਾਵੇ ਧਰਤੀ ਤੇ ਔਰ ਆ ਕੇ ਤੁਹਾਨੂੰ ਕਹੇ ਮੈਂ ਪਰਮਾਤਮਾ ਆ, ਤਾਂ ਬੰਦੇ ਨੇ ਪੁੱਛਣਾ ਅੱਛਾ ਕਿਹੜੇ ਧਰਮ ਦਾ, ਕਿਹੜੇ ਧਰਮ ਦਾ ਪਰਮਾਤਮਾ ਹੈ ਤੂੰ। ਕਿਉਂਕਿ ਹਰੇਕ ਦਾ ਪਰਮਾਤਮਾ ਅਲੱਗ ਹੈ, ਹਰੇਕ ਧਰਮ ਦਾ ਪਰਮਾਤਮਾ ਤਾਂ ਅਲੱਗ ਹੈ। ਜਰਾ ਸੋਚ ਕੇ ਦੇਖੋ, ਹਰੇਕ ਨੇ ਤੇ ਆਪਣਾ ਪਰਮਾਤਮਾ ਅਲੱਗ ਬਣਾਇਆ ਹੋਇਆ ਹੈ। ਇਸ ਲਈ ਤਾਂ ਅਸੀਂ ਕਹਿੰਦੇ ਸ਼ੁਕਰ ਹੈ ਪਰਮਾਤਮਾ ਕਿ ਪਰਮਾਤਮਾ ਵਾਕਈ ਬੰਦੇ ਦੀ ਸਮਝ ਨੂੰ ਸਮਝਦਾ ਸੀ, ਬੰਦੇ ਦੀ ਬੁੱਧੀ ਨੂੰ ਸਮਝਦਾ ਸੀ। ਇਸੇ ਲਈ ਪਰਮਾਤਮਾ ਨੇ ਆਪਣਾ ਕੋਈ ਆਕਾਰ ਨਹੀਂ ਬਣਾਇਆ, ਉਹਨਾਂ ਆਪਣੇ ਆਪ ਨੂੰ ਨਿਰੰਕਾਰ ਪਤਾ ਕਿਉਂ ਰੱਖਿਆ। ਇਹ ਪਰਮਾਤਮਾ ਦੀ ਸਮਝਦਾਰੀ ਸੀ, ਭਗਵਾਨ ਦੀ ਸਮਝਦਾਰੀ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਆਪਣਾ ਕੋਈ ਇੱਕ ਆਕਾਰ ਬਣਾ ਲਿਆ ਤਾਂ ਲੋਕਾਂ ਨੇ ਮੇਤੇ ਵੀ ਆਪਣਾ ਠੱਪਾ ਲਾ ਦੇਣਾ, ਇਹ ਸਾਡਾ ਹੀ ਭਗਵਾਨ ਹੈ, ਇਹ ਸਾਡਾ ਹੀ ਪਰਮਾਤਮਾ ਹੈ। ਜੇ ਉਹ ਕੋਈ ਆਪਣਾ ਆਕਾਰ ਬਣਾਉਂਦਾ, ਇਸ ਲਈ ਪਰਮਾਤਮਾ ਕਹਿੰਦਾ ਮੈਨੂੰ ਨਿਰੰਕਾਰ ਹੀ ਰਹਿਣ ਦਿਓ ਭਾਈ, ਤਾਂ ਕਿ ਮੈਂ ਸਭ ਦਾ ਹੀ ਰਵਾਂ, ਜਿਹੜਾ ਜਿਸ ਭਾਵਨਾ ਨਾਲ ਚਾਹਵੇ ਮੈਨੂੰ ਪੂਜੀ ਜਾਵੇ। ਨਹੀਂ ਤਾਂ ਆਪਣਾ ਪਰਮਾਤਮਾ ਆਕਾਰ ਬਣਾ ਸਕਦਾ ਸੀ, ਪਰ ਜ਼ਰਾ ਸੋਚੋ ਜੇ ਪਰਮਾਤਮਾ ਆਪਣਾ ਆਕਾਰ ਬਣਾ ਲੈਂਦਾ ਤਾਂ ਫਿਰ ਸਾਰਿਆਂ ਨੇ ਦਾਅਵੇ ਕਰਨੇ ਸੀ, ਅਮਰੀਕਾ ਨੇ ਕਹਿਣਾ ਸੀ ਸਾਡਾ ਹੀ ਹੈ ਇਹ, ਹੋਰ ਕੋਈ ਲਾਗੇ ਨਾ ਆਵੇ, ਕਿਸੇ ਹੋਰ ਦੇਸ਼ ਨੇ ਕਹਿਣਾ ਸੀ ਸਾਡਾ ਹੀ ਹੈ, ਕੋਈ ਹੋਰ ਲਾਗੇ ਨਾ ਆਵੇ। ਅੱਜ ਹੋ ਨਹੀਂ ਰਿਹਾ ਇਦਾਂ, ਬੋਲੋ ਹੋ ਰਿਹਾ ਕਿ ਨਹੀਂ? ਅੱਜ ਗੁਰੂਆਂ ਦੇ ਨਾਂ ਤੇ ਹੋ ਰਿਹਾ ਨਹੀਂ ਕਿ ਸਾਡੇ ਹੀ ਗੁਰੂ ਹੈ, ਕਿਸੇ ਹੋਰ ਧਰਮ ਦੇ ਨਹੀਂ ਹੈ। ਇਹ ਸਾਡੇ ਹੀ ਫਕੀਰ ਹੈ, ਕਿਸੇ ਹੋਰ ਧਰਮ ਦੇ ਨਹੀਂ ਹੈ। ਸਾਡੇ ਹੀ ਪੈਗੰਬਰ ਹੈ, ਕਿਸੇ ਹੋਰ ਧਰਮ ਦੇ ਨਹੀਂ ਹੈ। ਅੱਜ ਇਨਸਾਨ ਹਰ ਜਗ੍ਹਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਬੰਦੇ ਦੀ ਜਿਹੜੀ ਮੈਂ ਹੈ ਨਾ, ਇਹ ਬੜੀ ਜਲਦੀ ਕਿਸੇ ਚੀਜ਼ ਨੂੰ ਪਕੜ ਲੈਂਦੀ ਹੈ। ਤਾਂ ਹੀ ਅਸੀਂ ਦੱਸੀਦਾ ਹੈ ਕਿ ਇੱਥੋਂ ਉੱਠ ਕੇ ਤੁਸੀਂ ਥੋੜਾ ਜਿਹਾ ਬਾਹਰ ਚਲੇ ਜਾਓ ਨਾ, ਤਾਂ ਮੁੜ ਕੇ ਤੁਹਾਡੇ ਆਂਦੇ ਨੇ ਇੱਥੇ ਕੋਈ ਹੋਰ ਬੈਠਾ ਹੋਵੇ ਤਾਂ ਤੁਸੀਂ ਕਹਿਣਾ ਓਏ ਮੇਰੀ ਜਗ੍ਹਾ ਤੇ ਤੂੰ ਕਿੱਦਾਂ ਬਹਿ ਗਿਆ, ਤਾਂ ਜਗ੍ਹਾ ਮੇਰੀ ਹੈ। ਅਸੀਂ ਕਹਿਣਾ ਬੜੀ ਜਲਦੀ ਰਜਿਸਟਰੀ ਕਰਾ ਲਈ ਭਰਾਵਾ, ਰਜਿਸਟਰੀ ਕਰਵਾ ਲਈ, ਇੰਤਕਾਲ ਦਿਖਾ ਦੇ, ਤੇਰੇ ਨਾਂ ਤੇ ਇੰਨੀ ਜਲਦੀ ਹੋ ਗਈ ਕਿ 2 ਮਿੰਟ ਬੈਠਾ ਜਗ੍ਹਾ ਤੇਰੀ ਹੋ ਗਈ। ਹੁੰਦਾ ਕਿ ਨਹੀਂ ਇਸ ਤਰ੍ਹਾਂ? ਬੰਦਾ ਬੱਸ ਦੇ ਵਿੱਚ ਸਫ਼ਰ ਕਰ ਰਿਹਾ, ਕਿ ਸੀਟ ਤੇ ਬੈਠਾ ਹੋਵੇ ਨਾ, ਮਾੜੇ ਟਿਕਟ ਕਟਾਉਣ ਦੀ ਖਾਤਰ ਉੱਠੇ ਤਾਂ ਉੱਥੇ ਕੋਈ ਹੋਰ ਓਏ ਮੇਰੀ ਸੀਟ ਤੇ ਤੂੰ ਕਿੱਦਾਂ ਬਹਿ ਗਿਆ, ਮੈਂ ਤਾਂ ਮਾੜਾ ਕੰਮ ਗਿਆ ਸੀ, ਮੇਰੀ ਸੀਟ ਆ ਛੱਡ ਬੇਲੀ ਕਰ। ਹਰ ਜਗ੍ਹਾ ਬੰਦਾ ਆਪਣੀ ਮੈਂ ਨੂੰ ਜੋੜ ਲੈਂਦਾ ਹੈ, ਮੇਰੀ ਨੂੰ ਜੋੜ ਲੈਂਦਾ, ਹਰ ਚੀਜ਼ ਤੇ ਬੰਦਾ ਬੜੀ ਜਲਦੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਾਇਰੇ ਦੇ ਅੰਦਰ ਬੰਦਾ ਹਰ ਚੀਜ਼ ਨੂੰ ਬੰਨਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਪਰਮਾਤਮਾ ਨੇ ਕਿਹਾ ਮੈਂ ਨਿਰੰਕਾਰ ਹੀ ਠੀਕ ਹਾਂ, ਕਿਉਂਕਿ ਜੇ ਮੈਂ ਆਪਣਾ ਆਕਾਰ ਬਣਾ ਲਿਆ ਤਾਂ ਇੱਕ ਕੌਮ ਨੇ, ਇੱਕ ਧਰਮ ਨੇ ਮੈਨੂੰ ਵੀ
ਆਪਣੇ ਕਬਜ਼ੇ 'ਚ ਲੈ ਕੇ ਬਹਿ ਜਾਣਾ ਸੀ। ਇਹ ਤਾਂ ਰੱਬ ਸਾਡਾ ਹੀ ਹੈ, ਇਹ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਇਸ ਲਈ ਪ੍ਰਮਾਤਮਾ ਨੇ ਆਪਣੇ ਆਪ ਨੂੰ ਨਿਰੰਕਾਰ ਰੱਖਿਆ, ਕਿਉਂਕਿ ਬੰਦਾ ਕੀ ਕਰਦਾ ਹੈ, ਬੰਦਾ ਕਿਸੇ ਵੀ ਚੀਜ਼ ਤੇ ਬੜੀ ਜਲਦੀ ਪਕੜ ਬਣਾਉਂਦਾ ਹੈ। ਔਰ ਫਿਰ ਬੰਦੇ ਦੀ ਨਜ਼ਰੀਆ ਕੀ ਹੈ, ਬੰਦੇ ਦੀ ਸੋਚ ਕੀ ਹੈ, ਕਿ ਬੰਦੇ ਦੀ ਸੋਚ ਅਸੀਂ ਕਈ ਵਾਰ ਦੱਸੀਦਾ ਕਿ ਜਿੱਦਾਂ ਇੱਕ ਕੁਐਂ ਦਾ ਮੇਂਢਕ ਹੁੰਦਾ ਨਾ, ਉਹਦੀ ਸੋਚ ਉਸ ਦਾਇਰੇ ਅੰਦਰ ਵੱਜੀ ਹੁੰਦੀ ਹੈ, ਤਾਂ ਬੰਦੇ ਦੀ ਸੋਚ ਵੀ ਉਸ ਦਾਇਰੇ ਦੇ ਅੰਦਰ ਹੀ ਵੱਜ ਜਾਂਦੀ ਹੈ। ਕਿਉਂਕਿ ਅੱਜ ਬੰਦਾ ਰੂਹਾਨੀਅਤ ਨੂੰ ਨਹੀਂ ਦੇਖਦਾ, ਪਰਮਾਤਮਾ ਨੂੰ ਨਹੀਂ ਦੇਖਦਾ ਜੋ ਸਭ ਦੇ ਅੰਦਰ ਬੈਠਾ ਹੈ। ਅੱਜ ਬੰਦਾ ਪਕੜ ਲੈਂਦਾ ਹੈ ਬਾਹਰਲੇ ਆਕਾਰਾਂ ਨੂੰ, ਬਾਹਰਲੇ ਸਰੀਰ ਨੂੰ। ਇਸ ਲਈ ਪਰਮਾਤਮਾ ਨੇ ਆਪਣਾ ਕੋਈ ਸਰੀਰ ਨਹੀਂ ਰੱਖਿਆ, ਆਪਣਾ ਕੋਈ ਆਕਾਰ ਨਹੀਂ ਰੱਖਿਆ। ਨਹੀਂ ਤਾਂ ਤੁਸੀਂ ਕਿੱਦਾਂ ਦੂਜਿਆਂ ਨੂੰ ਅਲੱਗ ਕਰ ਦਿੰਦੇ ਹੋ? ਸਰੀਰ ਨਾਲ ਹੀ ਕਰਦੇ ਹੋ ਨਾ, ਪਹਿਰਾਵੇ ਨਾਲ ਹੀ ਕਰਦੇ ਹੋ ਨਾ। ਜੇ ਕਿਸੇ ਨੇ ਟੋਪੀ ਲਾਈ ਹੋਈ ਹੈ, ਇਹ ਮੁਸਲਮਾਨ ਹੈ। ਜੇ ਕਿਸੇ ਨੇ ਤਿਲਕ ਲਾਇਆ ਹੋਇਆ, ਇਹ ਹਿੰਦੂ ਹੈ। ਕਿਸੇ ਨੇ ਪਗੜੀ ਬੰਨੀ ਹੈ, ਇਹ ਸਿੱਖ ਹੈ। ਕਿਸੇ ਨੇ ਕ੍ਰੋਸ ਪਾਇਆ ਹੈ, ਇਹ ਈਸਾਈ ਹੈ। ਅਸੀਂ ਪਹਿਰਾਵਿਆਂ ਨਾਲ ਹੀ ਬੰਦੇ ਨੂੰ ਵੰਡ ਕੇ ਰੱਖ ਦਿੰਦੇ ਆ, ਕਿਉਂਕਿ ਜਿੱਦਾਂ ਹੀ ਕੋਈ ਚੀਜ਼ ਆਕਾਰ 'ਚ ਆ ਗਈ ਅਸੀਂ ਉਹਨੂੰ ਵੰਡ ਦਿੰਦੇ ਆ। ਪਰ ਜਿਹੜੀ ਚੀਜ਼ ਦਾ ਆਕਾਰ ਹੀ ਨਾ ਹੋਵੇ, ਉਹ ਚੀਜ਼ ਨੂੰ ਅਸੀਂ ਵੰਡ ਹੀ ਨਹੀਂ ਸਕਦੇ। ਤਾਂ ਹੀ ਤਾਂ ਅਸੀਂ ਕਈ ਵਾਰ ਦੱਸੀਦਾ ਹੈ ਕਿ ਮੇਵੇ ਵੀ ਜੇ ਦੇਖ ਕੇ ਹੈਰਾਨ ਹੋ ਗਏ, ਮੇਵੇ ਵੀ ਜੇ ਦੇਖ ਕੇ ਹੈਰਾਨ ਹੋ ਗਏ ਕਿ ਨਾਰੀਅਲ ਕਬ ਹਿੰਦੂ ਔਰ ਖਜੂਰ ਮੁਸਲਮਾਨ ਹੋ ਗਏ। ਅੱਜ ਨਾਰੀਅਲ ਨੂੰ ਵੀ ਕਹਿੰਦੇ ਹਿੰਦੂ, ਇਹ ਹਿੰਦੂਆਂ ਦੇ ਮੰਦਰ ਚੜ੍ਹਦਾ ਹੈ, ਤਾਂ ਖਜੂਰ ਨੂੰ ਕਹਿੰਦੇ ਮੁਸਲਮਾਨਾਂ ਦਾ ਫਲ ਹੈ, ਕਿਉਂਕਿ ਰੋਜ਼ਿਆਂ 'ਚ ਮੁਸਲਮਾਨ ਖਜੂਰਾਂ ਖਾਂਦੇ ਆ, ਇਹ ਮੁਸਲਮਾਨਾਂ ਦਾ ਫਲ ਹੈ। ਇਸ ਲਈ ਜ਼ਰਾ ਗੌਰ ਕਰਨਾ। ਕਹਿ ਦਿੰਦੇ ਹਰਾ ਰੰਗ ਮੁਸਲਮਾਨਾਂ ਦਾ, ਲਾਲ ਰੰਗ ਹਿੰਦੂਆਂ ਦਾ, ਤਾਂ ਫਿਰ ਤਾਂ ਅਸੀਂ ਕਿਹਾ ਬੜੀ ਹੈਰਾਨੀ ਦੀ ਗੱਲ ਹੋ ਜਾਏਗੀ। ਜੇ ਹਰਾ ਰੰਗ ਮੁਸਲਮਾਨਾਂ ਦਾ ਹੋ ਗਿਆ, ਲਾਲ ਰੰਗ ਹਿੰਦੂਆਂ ਦਾ ਹੋ ਗਿਆ, ਤਾਂ ਹਿੰਦੂਆਂ ਦੇ ਹਿੱਸੇ ਤਾਂ ਟਮਾਟਰ ਹੀ ਆਣਗੇ, ਬਾਕੀ ਸਾਰੀਆਂ ਸਬਜ਼ੀਆਂ ਤਾਂ ਮੁਸਲਮਾਨਾਂ ਨੂੰ ਮਿਲ ਜਾਣਗੀਆਂ, ਕਿਉਂਕਿ ਸਾਰੀਆਂ ਹਰੀਆਂ ਹੈ। ਮਟਰ ਹਰੇ, ਕਿੰਨੀਆਂ ਹਰੀਆਂ ਸਬਜ਼ੀਆਂ ਹੈ, ਗੋਭੀ ਹਰੀ, ਮਟਰ ਹਰੇ, ਤਾਂ ਫਿਰ ਟਮਾਟਰ ਹੀ ਰਹਿ ਗਏ। ਤਾਂ ਵਿਚਾਰਾ ਜਿਹੜੇ ਤਰਬੂਜ ਹੋਏਗਾ ਉਹ ਤਾਂ ਪਰੇਸ਼ਾਨ ਹੋ ਜਾਏਗਾ ਕਿ ਬਾਹਰੋਂ ਮੈਂ ਹਰਾ, ਅੰਦਰੋਂ ਲਾਲ, ਮੈਂ ਕਿਹਦੇ ਹਿੱਸੇ ਆਵਾਂ, ਮੈਂ ਕਿਹਦੇ ਹਿੱਸੇ ਆਵਾਂ ਭਾਈ। ਬਾਹਰੋਂ ਮੈਂ ਹਰਾ, ਬਾਹਰੋਂ ਮੁਸਲਮਾਨ ਹੈ, ਅੰਦਰੋਂ ਹਿੰਦੂ ਆ, ਕਿਉਂਕਿ ਹਿੰਦੂ, ਲਾਲ ਰੰਗ ਹਿੰਦੂਆਂ ਦਾ ਹੋ ਗਿਆ। ਅੱਜ ਰੰਗਾਂ ਨੂੰ ਵੀ ਬੰਦੇ ਨੇ ਧਰਮਾਂ 'ਚ ਵੰਡ ਕੇ ਰੱਖ ਦਿੱਤਾ। ਬੋਲੋ ਗੱਲ ਸਹੀ ਹੈ ਕਿ ਨਹੀਂ? ਇਸ ਲਈ ਕਿਤੇ ਹਰਾ ਰੰਗ ਦੇਖੋ, ਇਹ ਪੀਰਾਂ ਦਾ, ਮੁਸਲਮਾਨਾਂ ਦਾ ਦਰਬਾਰ। ਕਿਤੇ ਲਾਲ ਰੰਗ ਦੇਖ ਲਓ, ਇਹ ਮੰਦਿਰ ਹੈ, ਹਿੰਦੂਆਂ ਦਾ ਮੰਦਿਰ, ਮਾਤਾ ਦੇ ਲਾਲ ਝੰਡਾ ਚੜ੍ਹਦਾ ਹੈ, ਇਹ ਹਿੰਦੂਆਂ ਦਾ ਮੰਦਿਰ। ਅੱਜ ਰੰਗਾਂ ਨਾਲ ਹੀ ਬੰਦਾ ਬੰਦੇ ਨੂੰ ਵੰਡ ਕੇ ਰੱਖ ਦਿੰਦਾ ਹੈ। ਤਾਂ ਜ਼ਰਾ ਸੋਚੋ, ਅੱਜ ਬੰਦੇ ਨੇ ਫਲਾਂ ਨੂੰ ਨਹੀਂ ਬਖਸ਼ਿਆ, ਰੰਗਾਂ ਨੂੰ ਨਹੀਂ ਬਖਸ਼ਿਆ, ਤੇ ਜੇ ਰੱਬ ਆ ਜਾਂਦਾ ਦੁਨੀਆ ਤੇ ਆਕਾਰ ਲੈ ਕੇ, ਤਾਂ ਬੰਦੇ ਨੇ ਉਹਨੂੰ ਬਖਸ਼ ਦੇਣਾ ਸੀ। ਜ਼ਰਾ ਸੋਚੋ, ਬੰਦੇ ਨੇ ਤਾਂ ਉਹਨੂੰ ਵੀ ਨਹੀਂ ਬਖਸ਼ਣਾ ਸੀ। ਬੰਦੇ ਨੇ ਉਹਨੂੰ ਵੀ ਕਹਿ ਦੇਣਾ ਸੀ ਕਿ ਹੁਣ ਤੂੰ ਸਾਡਾ ਹੋ ਗਿਆ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਈਸਾਈ ਹੈ। ਉਹਨੂੰ ਵੀ ਬੰਦੇ ਨੇ ਵੰਡ ਕੇ ਰੱਖ ਦੇਣਾ ਸੀ। ਇਸ ਲਈ ਪ੍ਰਮਾਤਮਾ ਕਹਿੰਦਾ ਮੈਨੂੰ ਭਾਈ ਨਿਰੰਕਾਰ ਹੀ ਰਹਿਣ ਦਿਓ, ਮੈਂ ਆਕਾਰ ਚਾਹਣਾ ਨਹੀਂ, ਕਿਉਂਕਿ ਮੈਂ ਝਗੜੇ 'ਚ ਪੈਣਾ ਹੀ ਨਹੀਂ ਜਾਤਾਂ ਪਾਤਾਂ ਦੇ। ਮੈਨੂੰ ਧਰਮਾਂ ਤੋਂ ਬਾਹਰ ਹੀ ਰਹਿਣ ਦਿਓ। ਔਰ ਵਾਕਈ ਪ੍ਰਭੂ ਧਰਮਾਂ ਤੋਂ ਬਾਹਰ ਹੈ, ਇਸ ਲਈ ਜਿਹੜਾ ਵੀ ਉਸ ਤੱਕ ਪਹੁੰਚਦਾ ਹੈ ਧਰਮਾਂ ਤੋਂ ਬਾਹਰ ਹੋ ਕੇ ਹੀ ਪਹੁੰਚ ਸਕਦਾ ਹੈ। ਇਹ ਗੱਲ ਯਾਦ ਰੱਖਣਾ। ਇਹਦਾ ਸੋਚ ਕੇ ਦੇਖੋ ਜ਼ਰਾ। ਜਿੱਦਾਂ ਅਸੀਂ ਕਈ ਵਾਰ ਦੱਸਿਆ ਕਿ ਸੱਚੀ ਗੱਲ ਨਾ, ਕਿ ਕੋਈ ਪੇਪਰ ਦੇ ਵਿੱਚ ਪੜ੍ਹਿਆ ਸੀ ਕਿ ਉਹਨਾਂ ਨੇ ਕਿਹਾ ਰੂਹ ਅਫਜ਼ਾ ਨਹੀਂ ਪੀਣਾ, ਸ਼ਰਬਤ ਹੁੰਦਾ ਰੂਹ ਅਫਜ਼ਾ, ਪਤਾ ਨਾ ਤੁਹਾਨੂੰ ਸਾਰਿਆਂ ਨੂੰ? ਕਿਹਨੂੰ ਕਿਹਨੂੰ ਪਤਾ ਰੂਹ ਅਫਜ਼ਾ ਬਾਰੇ? ਗਰਮੀਆਂ 'ਚ ਬੜਾ ਅਸੀਂ ਲਾਲ ਜਿਹਾ ਸ਼ਰਬਤ ਹੁੰਦਾ, ਸ਼ਬੀਲਾਂ 'ਚ ਵੀ ਬੜਾ ਪਾ ਪਾ ਕੇ ਪੀਂਦੇ ਆ। ਕੋਈ ਹਿੰਦੂ ਸੰਤ ਸੀ, ਵੈਸੇ ਸੰਤ ਕਹਿਣਾ ਨਹੀਂ ਚਾਹੀਦਾ ਸਾਨੂੰ, ਕਿਉਂਕਿ ਜਿਨ੍ਹਾਂ ਦੇ ਕਮੈਂਟ ਇਦਾਂ ਦੇ ਹੋਣ, ਉਹ ਕਹਿੰਦੇ ਰੂਹ ਅਫਜ਼ਾ ਨਾ ਪੀਣਾ। ਮੇਰੀ ਹਿੰਦੂਆਂ ਨੂੰ ਅਪੀਲ ਹੈ, ਰੂਹ ਅਫਜ਼ਾ ਨਹੀਂ ਪੀਣਾ, ਕਿਉਂਕਿ ਰੂਹ ਅਫਜ਼ਾ ਮੁਸਲਮਾਨੀ ਸ਼ਰਬਤ ਹੈ, ਕਿਉਂਕਿ ਇਹਦਾ ਨਾਮ ਹੈ ਰੂਹ ਅਫਜ਼ਾ। ਰੂਹ ਅਫਜ਼ਾ ਇਹ ਮੁਸਲਮਾਨੀ ਨਾਮ ਹੈ, ਇਹ ਸ਼ਰਬਤ ਮੁਸਲਮਾਨੀ ਹੈ, ਇਹ ਨਹੀਂ ਪੀਣਾ। ਤਾਂ ਫਿਰ ਨਾਲ ਲਿਖਿਆ ਬ੍ਰਹਮੀ ਪੀਓ, ਕਿਉਂਕਿ ਬ੍ਰਹਮੀ ਸ਼ਬਦ ਹਿੰਦੂਆਂ ਦਾ ਹੈ, ਬ੍ਰਹਮਾ, ਇਸ ਲਈ ਬ੍ਰਹਮੀ ਸ਼ਰਬਤ ਆਂਦਾ, ਉਹ ਪੀਓ। ਕਮਾਲ ਦੀ ਗੱਲ ਹੈ ਕਿ ਸ਼ਰਬਤਾਂ ਨੂੰ ਵੀ ਨਹੀਂ ਬਖਸ਼ਿਆ, ਸ਼ਰਬਤ ਨੂੰ ਵੀ ਨਹੀਂ ਬਖਸ਼ਿਆ। ਕਮਾਲ ਦੀ ਗੱਲ ਹੈ। ਤਾਂ ਜੇ ਕੋਈ ਪੁੱਛੇ ਮਹਾਰਾਜ ਤੁਸੀਂ ਕਹਿੰਦੇ ਰੂਹ ਅਫਜ਼ਾ ਨਹੀਂ ਪੀਣਾ, ਬ੍ਰਹਮੀ ਪੀਣਾ ਹੈ, ਤਾਂ ਜੇ ਕੋਈ ਬ੍ਰਹਮੀ ਦੀ ਬੋਤਲ 'ਚ ਰੂਹ ਅਫਜ਼ਾ ਪਾ ਦੇਵੇ ਫਿਰ ਕੀ ਕਰਾਂਗੇ ਅਸੀਂ? ਫਿਰ ਪੀਏ ਜਾਂ ਨਾ ਪੀਏ? ਬੜੀ ਸਮਝਣ ਦੀ ਗੱਲ ਹੈ ਕਿ ਅੱਜ ਇਨਸਾਨ ਨੇ ਕਿਸੇ ਚੀਜ਼ ਨੂੰ ਵੀ, ਇਨਸਾਨ ਦੀ ਛੋਟੀ ਸੋਚ ਨੇ ਕਿਸੇ ਚੀਜ਼ ਨੂੰ ਵੀ ਬਖਸ਼ਿਆ ਨਹੀਂ ਹੈ। ਔਰ ਸਾਨੂੰ ਹੀ ਪਹਿਲਾਂ ਦੇਖ ਲਓ, ਆ ਸਾਡੇ ਪਹਿਰਾਵੇ ਨੂੰ ਦੇਖ ਕੇ ਕਹਿੰਦੇ ਮੁਸਲਮਾਨ ਹੈ ਜੀ, ਮੁਸਲਮਾਨ ਹੈ। ਇਨਸਾਨ ਦੀ ਛੋਟੀ ਸੋਚ, ਪਹਿਰਾਵਾ ਦੇਖ ਕੇ ਅਸੀਂ ਬੰਦੇ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਰੱਖ ਦਿੰਦੇ ਆ। ਗਿਆਨ ਨਹੀਂ ਦੇਖਦੇ, ਸਮਝ ਨਹੀਂ ਦੇਖਦੇ, ਸੱਚਾਈ ਨਹੀਂ ਦੇਖਦੇ। ਕਿਉਂਕਿ ਅਸੀਂ ਇੱਕ ਗੱਲ ਦੱਸਾਂਗੇ ਕਿ ਕੋਈ ਸਾਨੂੰ ਪੁੱਛੇ ਨਾ ਤੁਹਾਡੀ ਜਾਤ ਕੀ ਹੈ, ਤਾਂ ਅਸੀਂ ਕੋਈ ਗੱਲ ਕਵਾਂਗੇ ਕਿ ਫਕਰਾਂ ਦੀ ਕੋਈ ਜਾਤ ਨਾ ਹੁੰਦੀ, ਫਕਰ ਇਸ਼ਕ ਕਮਾਉਂਦੇ ਨੇ। ਜਾਤਾਂ ਤੇ ਧਰਮਾਂ ਵਿੱਚ ਫਸ ਕੇ ਮੂਰਖ ਜਾਨ ਗਵਾਉਂਦੇ ਨੇ। ਜੋ ਜਾਤਾਂ ਮਜਬਾਂ ਨੂੰ ਛੱਡ ਕੇ ਮੁਰਸ਼ਦ ਨਾਲ ਯਾਰੀ ਲਾਉਂਦੇ ਨੇ, ਬੁੱਲਿਆ ਉਹੀ ਆਸ਼ਿਕ ਸੱਚੇ, ਮੰਜ਼ਿਲ ਰੱਬ ਦੀ ਪਾਉਂਦੇ ਨੇ।
ਕਿ ਜਿਹੜੇ ਪਰਮਾਤਮਾ ਦੇ ਫਕੀਰ ਹੁੰਦੇ ਆ ਨਾ, ਪ੍ਰਭੂ ਦਾ ਸਿਮਰਨ ਕਰਨ ਵਾਲੇ ਹੁੰਦੇ, ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ, ਉਹ ਤਾਂ ਬਸ ਆਸ਼ਿਕ ਹੁੰਦੇ ਆਪਣੇ ਰੱਬ ਦੇ। ਇਸ ਲਈ ਬੁੱਲੇ ਨੇ ਵੀ ਕਹਿਤਾ, ਬੁੱਲਾ ਕੀ ਜਾਣਾ ਮੈਂ ਕੌਣ। ਉਹ ਕਹਿੰਦੇ ਮੈਨੂੰ ਕੀ ਪਤਾ ਮੈਂ ਕੌਣ ਆ। ਕਹਿੰਦੇ ਨਾ ਮੈਂ ਹਿੰਦੂ ਆ, ਨਾ ਮੁਸਲਮਾਨ, ਨਾ ਮੂਸਾ ਫਿਰੌਨ, ਬੁੱਲਾ ਕੀ ਜਾਣਾ ਮੈਂ ਕੌਣ। ਇਸ ਲਈ ਜਿਹੜੇ ਪ੍ਰਮਾਤਮਾ ਨਾਲ ਇਸ਼ਕ ਕਰਨ ਵਾਲੇ ਹੈ, ਉਹ ਜਾਤਾਂ ਪਾਤਾਂ ਦੇ ਚੱਕਰ 'ਚ ਨਹੀਂ ਪੈਂਦੇ। ਕਿਉਂਕਿ ਧਰਮ ਹੈ ਕੀ, ਜਰਾ ਸੋਚ ਕੇ ਦੇਖੋ, ਥੋੜਾ ਵਿਚਾਰ ਕਰੋ, ਧਰਮ ਹੈ ਕੀ। ਧਰਮ ਹੈ ਸਿਰਫ ਬਾਹਰਲਾ ਬਦਲਾਵ। ਜਰਾ ਗੌਰ ਕਰਨਾ, ਜਿੱਦਾਂ ਦੇ ਅਸੀਂ ਕੱਪੜੇ ਪਾ ਲੈਂਦੇ ਆ, ਦੇਖਣ ਵਾਲਾ ਸੋਚਦਾ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ। ਪਤਾ ਕਿੱਥੋਂ ਲੱਗਦਾ ਹੈ? ਸਿਰਫ ਬਾਹਰਲੇ ਪਹਿਰਾਵੇ ਤੋਂ ਪਤਾ ਲੱਗਦਾ। ਜਰਾ ਸੋਚੋ, ਧਰਮ ਕਰਦਾ ਕੀ ਹੈ? ਧਰਮ ਸਿਰਫ ਸਾਡੇ ਸਰੀਰ ਨੂੰ, ਬਾਹਰਲੇ ਪਹਿਰਾਵੇ ਨੂੰ ਬਦਲਦਾ ਹੈ। ਜਰਾ ਸੋਚ ਕੇ ਦੇਖੋ, ਫਰਜ਼ ਕਰੋ ਹੁਣ ਤੁਸੀਂ ਮੁਸਲਮਾਨ ਹੋ, ਤੁਹਾਡਾ ਪਹਿਰਾਵਾ ਹੈ ਟੋਪੀ, ਤੁਸੀਂ ਸਿਰ ਤੇ ਟੋਪੀ ਲਾਈ ਹੋਈ ਹੈ, ਇਦਾਂ ਦਾੜੀ ਰੱਖੀ ਹੋਈ ਹੈ, ਯਾਨੀ ਬੰਦਾ ਕਹਿੰਦਾ ਇਹ ਦਾੜੀ ਨੇ ਮੁੱਛਾਂ ਕੱਢ ਦਿੱਤੀਆਂ, ਦੇਖਣ ਲੱਗਣਾ ਮੁਸਲਮਾਨ ਮੁਸਲਮਾਨ। ਪਰ ਹੁਣ ਅਗਲੇ ਦਿਨ ਨਹੀਂ ਤੁਸੀਂ ਟੋਪੀ ਲਾ ਦਿਓ, ਮੁੱਛਾਂ ਰੱਖ ਲਵੋ, ਦਾੜੀ ਥੋੜੀ ਲੰਬੀ ਕਰ ਲਓ, ਪਗੜੀ ਬੰਨ ਲਓ, ਦੇਖਣ ਨੇ ਕੀ ਕਹਿਣਾ ਹੈ? ਸਿੱਖ। ਉਹ ਤੋਂ ਅਗਲੇ ਦਿਨ ਕਲੀਨ ਸ਼ੇਵ ਹੋ ਜਾਓ, ਇੱਕ ਬੋਦੀ ਰੱਖ ਲਓ, ਸਿਰ ਤੇ ਵੀ ਉਸ ਤਰ੍ਹਾਂ ਫਿਰਾ ਦਿਓ, ਗਲ 'ਚ ਮਾੜਾ ਪਾ ਲਿਓ, ਟਿੱਕਾ ਲਾ ਦਿਓ, ਦੇਖਣ ਨੇ ਕੀ ਕਹਿਣਾ? ਪੰਡਿਤ ਹੈ ਕੋਈ, ਪੁਰੋਹਿਤ ਹੈ ਕੋਈ। ਹੁਣ ਅਸੀਂ ਇੱਕ ਪੁੱਛਾਂਗੇ ਕਿ ਜਦੋਂ ਸਿਰ ਤੇ ਟੋਪੀ ਹੈ, ਮੁਸਲਮਾਨਾਂ ਵਾਲਾ ਪਹਿਰਾਵਾ ਹੈ, ਤਾਂ ਬਦਲਿਆ ਕੀ? ਸਿਰਫ ਭੇਸ਼, ਅੰਦਰੋਂ ਖੂਨ ਨਹੀਂ ਬਦਲਿਆ, ਅੰਦਰੋਂ ਦਿਲ ਨਹੀਂ ਬਦਲ ਗਿਆ, ਅੰਦਰੋਂ ਸੋਚ ਨਹੀਂ ਬਦਲੀ, ਅੰਦਰੋਂ ਹੱਡੀਆਂ ਨਹੀਂ ਬਦਲੀਆਂ, ਅੰਦਰੋਂ ਕੀ ਬਦਲਿਆ? ਕੁਝ ਨਹੀਂ, ਬਸ ਬਦਲਿਆ ਤਾਂ ਬਾਹਰੋਂ ਭੇਸ਼ ਬਦਲਿਆ। ਫਿਰ ਬੰਦੇ ਨੇ ਪਗੜੀ ਬੰਨ ਲਈ, ਉਸੇ ਬੰਦੇ ਨੇ ਪਗੜੀ ਬੰਨ ਲਈ, ਹੁਣ ਦੇਖਣ ਨੂੰ ਕਹਿੰਦੇ ਸਿੱਖ, ਪਰ ਬਦਲਿਆ ਕੀ? ਉਹਦਾ ਦਿਲ ਉਹੀ ਹੈ, ਉਹਦੀ ਸੋਚ ਉਹੀ ਹੈ, ਉਹਦੀ ਹੱਡੀਆਂ ਉਹੀ ਹੈ, ਖੂਨ ਉਹੀ ਹੈ, ਬਲੱਡ ਗਰੁੱਪ ਉਹੀ ਹੈ, ਬਦਲਿਆ ਕੀ? ਬਸ ਉਹਦਾ ਬਾਹਰੋਂ ਪਹਿਰਾਵਾ। ਔਰ ਫਿਰ ਹਿੰਦੂ, ਉਸਨੂੰ ਜਿਸ ਤਰ੍ਹਾਂ ਦੱਸਿਆ ਕਿ ਇਸ ਤਰ੍ਹਾਂ ਥੋੜਾ ਵੇਸ਼ ਉਹਦਾ ਬਦਲ ਦਿਓ, ਤਾਂ ਬਦਲਿਆ ਕੀ? ਬਾਹਰੋਂ ਵੇਸ਼। ਧਰਮ ਸਾਡੇ ਵੇਸ਼ ਨੂੰ ਬਦਲਦੇ ਹੈ, ਪਰ ਸੰਤ ਗੁਰੂ ਰਹਿਬਰ ਸਾਡੇ ਹਿਰਦੇ ਨੂੰ ਬਦਲਦੇ ਹੈ। ਪ੍ਰਭੂ ਦਾ ਇਸ਼ਕ, ਪ੍ਰਭੂ ਦੀ ਮੁਹੱਬਤ ਸਾਡੇ ਮਨ ਨੂੰ ਬਦਲਦਾ ਹੈ। ਇਸੇ ਲਈ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇੱਥੇ ਗੱਲ ਪ੍ਰੇਮ ਦੀ ਕੀਤੀ, ਇਹ ਨਹੀਂ ਕਿਹਾ ਜੋ ਹਿੰਦੂ ਬਣਿਓ ਤਿਨ ਹੀ ਪ੍ਰਭੂ ਪਾਇਓ, ਮੁਸਲਮਾਨ ਬਣਿਓ ਤਿਨ ਹੀ ਪ੍ਰਭੂ ਪਾਇਓ, ਨਹੀਂ, ਇੱਥੇ ਗੱਲ ਕੀਤੀ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਕਿਉਂਕਿ ਜਦੋਂ ਪ੍ਰੇਮ ਆਉਂਦਾ ਹੈ ਤਾਂ ਪ੍ਰੇਮ ਸਾਨੂੰ ਅੰਦਰੋਂ ਪੂਰਾ ਬਦਲ ਕੇ ਰੱਖ ਦਿੰਦਾ ਹੈ, ਔਰ ਫਿਰ ਇਨਸਾਨ ਪ੍ਰਮਾਤਮਾ ਤੱਕ ਪਹੁੰਚਦਾ ਹੈ। ਔਰ ਯਾਦ ਰੱਖੋ ਕਿ ਬਾਹਰੋਂ ਅਸੀਂ ਸਰੀਰ ਨੂੰ ਜਿਹੜਾ ਮਰਜ਼ੀ ਪਹਿਰਾਵਾ ਪਾਈ ਜਾਈਏ, ਬਾਹਰੋਂ ਭੇਸ਼ ਜਿਹੜਾ ਮਰਜ਼ੀ ਬਦਲੀ ਜਾਈਏ, ਇਹ ਭੇਸ਼ ਨੇ ਸਾਨੂੰ ਪ੍ਰਮਾਤਮਾ ਤੱਕ ਨਹੀਂ ਲੈ ਕੇ ਜਾਣਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਸੁਰਤੀ ਨੂੰ ਉੱਧਰ ਲਿਜਾਂਦੇ ਹੋ, ਤਾਂ ਤੁਹਾਡਾ ਸਰੀਰ ਤਾਂ ਇੱਥੇ ਹੀ ਹੈ, ਜਾਂਦੀ ਤਾਂ ਸੁਰਤੀ ਹੈ, ਔਰ ਅੰਦਰੋਂ ਸੁਰਤੀ ਨੂੰ ਕੋਈ ਪਤਾ ਨਹੀਂ ਕਿ ਉਹਦਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੀ ਹੈ ਉਹ, ਨਹੀਂ, ਸੁਰਤੀ ਤਾਂ ਸੁਰਤੀ ਹੈ। ਔਰ ਜਦੋਂ ਬੰਦਾ ਮਰਦਾ ਹੈ ਨਾ, ਸਰੀਰ ਉਸ ਵੇਲੇ ਵੀ ਇੱਥੇ ਹੀ ਰਹਿ ਜਾਂਦਾ, ਉੱਥੇ ਵੀ ਆਤਮਾ ਹੀ ਜਾਂਦੀ ਹੈ। ਇਸ ਲਈ ਜ਼ਰਾ ਸਮਝੋ, ਅਸੀਂ ਕਹਿਣਾ ਕੀ ਚਾਹੁੰਦੇ ਹਾਂ ਕਿ ਸਿਰਫ ਬਾਹਰਲੇ ਧਰਮਾਂ ਜਾਤਾਂ ਨੂੰ ਪਕੜ ਕੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਨਾ ਕਰੀਏ, ਇੱਕ ਦੂਜੇ ਨਾਲ ਭੇਦਭਾਵ ਨਾ ਕਰੀਏ, ਬਲਕਿ ਇਹ ਧਰਮਾਂ ਦੇ ਬੰਧਨ, ਇਹ ਭੇਦਭਾਵ ਦੀਆਂ ਜੋ ਦੀਵਾਰਾਂ ਹੈ, ਇਹਨਾਂ ਨੂੰ ਹੁਣ ਤੋੜਨ ਦਾ ਵਕਤ ਆ ਗਿਆ ਹੈ ਕਿ ਤੋੜੀਏ, ਗਿਰਾਈਏ, ਔਰ ਅਸੀਂ ਸਭ ਦੇ ਨਾਲ ਪ੍ਰੇਮ ਕਰੀਏ। ਇਸ ਲਈ ਅਸੀਂ ਇੱਕ ਗੱਲ ਕਹਿੰਦੇ ਹਾਂ, ਇੱਥੇ ਅੱਜ ਕਹਿਣਾ ਚਾਹਾਂਗੇ कि मंदिर में दाना चुगकर मस्जिद में पानी पीते हैं, हमसे अच्छे तो ये परिंदे हैं जो बिना मजहब के जीते हैं। कि साडे नालों चंगे तो चिड़ियां कां है ਜਿਹੜੇ ਮੰਦਰ 'ਚ ਵੀ ਦਾਣਾ ਚੁਗ ਲੈਂਦੇ ਤਾਂ ਮਸਜਿਦ 'ਚ ਪਾਣੀ ਪੀ ਲੈਂਦੇ, ਜਿਨ੍ਹਾਂ ਦੇ ਅੰਦਰ ਫਰਕ ਹੀ ਕੋਈ ਹੈ ਨਹੀਂ। ਤਾਂ ਬੰਦੇ ਅੰਦਰ ਕਿੰਨੇ ਭੇਦਭਾਵ ਹੈ। ਇਸ ਲਈ ਸੱਚਾਈ ਨੂੰ ਸਮਝੋ। ਤਾਂ ਹੀ ਅਸੀਂ ਦੱਸਿਆ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਨਿਰੰਕਾਰ ਇਸੇ ਲਈ ਰੱਖ ਲਿਆ ਕਿ ਜੇ ਮੈਂ ਵੀ ਆਕਾਰ 'ਚ ਆ ਗਿਆ, ਬੰਦੇ ਨੇ ਮੈਨੂੰ ਵੀ ਵੰਡ ਕੇ ਰੱਖ ਦੇਣਾ, ਕਿਉਂਕਿ ਬੰਦੇ ਨੇ ਬਖਸ਼ਿਆ ਹੀ ਕਿਸੇ ਨੂੰ ਨਹੀਂ। ਫਲਾਂ ਨੂੰ ਵੰਡ ਦਿੱਤਾ, ਪਸ਼ੂਆਂ ਨੂੰ ਵੰਡ ਦਿੱਤਾ, ਜਾਨਵਰਾਂ ਨੂੰ ਵੰਡ ਦਿੱਤਾ। ਇਹ ਵੀ ਸ਼ਾਇਦ ਤੁਹਾਨੂੰ ਪਤਾ ਹੋਵੇ, ਕਹਿੰਦੇ ਬੱਕਰਾ ਮੁਸਲਮਾਨੀ ਹੈ ਤਾਂ ਗਾਂ ਹਿੰਦੂ ਹੈ, ਕਿਉਂਕਿ ਬਕਰੀਦ ਤੇ ਬੱਕਰਿਆਂ ਦੀ ਬਲੀ ਦਿੱਤੀ ਜਾਂਦੀ ਹੈ ਔਰ ਗਊਆਂ ਦੀ ਰੱਖਿਆ ਕੀਤੀ ਜਾਂਦੀ ਹੈ। ਇਸ ਲਈ ਅੱਜ ਜਾਨਵਰਾਂ ਨੂੰ ਵੀ ਬੰਦੇ ਨੇ ਧਰਮਾਂ ਅੰਦਰ ਵੰਡ ਕੇ ਰੱਖ ਦਿੱਤਾ। ਜਰਾ ਸਮਝੋ ਸਾਰੇ ਜੀ। ਇਸ ਲਈ ਪ੍ਰਮਾਤਮਾ ਪ੍ਰਭੂ ਨੂੰ ਅਗਰ ਪਾਣਾ ਹੈ ਤਾਂ ਇਹ ਛੋਟੀ ਸੋਚ ਨੂੰ ਸਾਨੂੰ ਖਤਮ ਕਰਨਾ ਪਏਗਾ, ਸੱਚਾਈ ਨੂੰ ਪਹਿਚਾਨਣਾ ਪਏਗਾ। इधर फकीरां नूं पुछिया, भी जवाब दे दिए, फिर सत्संग की समाप्ति करिए। फकीरां नूं पुछिया कि तेरी जात की है, कौन तुम्हारी जात है, क्या तुम्हारा नाम, कौन तुम्हारा इष्ट है, कहां तुम्हारा गांव, तेरा भगवान कौन है, तेरा पिंड केड़ा है, तेरी जात की है, तेरा नाम की है, दस। क्योंकि पता लग जाएगा कि ये पुरोहित है, पंडित है, साडे महल्ले च रहण दे लायक है या नहीं। तो फकीरां ने की जवाब दिता? फकीर कहंदे जात हमारी आत्मा, प्राण हमारा नाम, अलख हमारा इष्ट है और गगन हमारा
ਗਾਓ। ਉਹ ਕਹਿੰਦੇ ਜਾਤ ਹਮਾਰੀ ਆਤਮਾ। ਇੱਥੇ ਬਾਹਰ ਦੇਖਿਆ ਜਾਵੇ ਬੰਦੇ ਨੇ ਸਰੀਰ ਨੂੰ ਲੈ ਕੇ ਕਈ ਜਾਤਾਂ ਬਣਾਈਆਂ ਹੋਈਆਂ, ਪਰ ਇਹ ਭੁੱਲ ਗਿਆ ਕਿ ਆਤਮਾ ਤਾਂ ਸਭ ਦੇ ਅੰਦਰ ਇੱਕੋ ਹੀ ਹੈ। ਹੁਣ ਇਸ ਲਈ ਜਿੰਨੇ ਜੀਵ ਤੁਸੀਂ ਬੈਠੇ ਹੋ, ਬਾਹਰੋਂ ਬੇਸ਼ੱਕ ਤੁਹਾਡੇ ਸਰੀਰ ਅਲੱਗ-ਅਲੱਗ ਹੈ, ਪਹਿਰਾਵੇ ਅਲੱਗ-ਅਲੱਗ ਹੈ, ਪਰ ਅੰਦਰ ਸਵਾਸ ਜੋ ਚੱਲ ਰਿਹਾ ਹੈ, ਅੰਦਰ ਜਿਹੜੇ ਪ੍ਰਾਣ ਹੈ, ਉਹ ਤਾਂ ਸਭ ਦੇ ਅੰਦਰ ਇੱਕੋ ਹੀ ਹੈ ਨਾ। ਤੁਸੀਂ ਕਹੋਗੇ ਜੀ ਕਿੱਦਾਂ ਪਤਾ ਇੱਕ ਹੈ? ਅਲੱਗ-ਅਲੱਗ ਵੀ ਤਾਂ ਹੋ ਸਕਦੇ ਆ। ਜਰਾ ਗੌਰ, ਅਗਰ ਅਲੱਗ-ਅਲੱਗ ਹੁੰਦੇ ਤਾਂ ਇੱਥੇ ਹਵਾ ਵੀ ਕਈ ਪ੍ਰਕਾਰ ਦੀ ਹੁੰਦੀ ਕਿ ਇਹਦੇ ਵਾਸਤੇ ਅਲੱਗ ਪ੍ਰਾਣ ਚਾਹੀਦੇ, ਇਹਦੇ ਵਾਸਤੇ ਅਲੱਗ ਚਾਹੀਦੇ, ਪਰ ਹਵਾ ਇੱਕੋ ਹੀ ਹੈ। ਕਿਉਂਕਿ ਪਤਾ ਹੈ ਕਿ ਜਿਹੜੀ ਜੀਣ ਵਾਸਤੇ ਪ੍ਰਾਣ ਸ਼ਕਤੀ ਹੈ ਨਾ, ਉਹ ਹਵਾ ਨਾਲ ਚੱਲਦੀ ਹੈ। ਉਹਦੇ ਵਾਸਤੇ ਪ੍ਰਕਾਸ਼ ਚਾਹੀਦਾ, ਸੂਰਜ ਇੱਕ ਹੈ। ਕਿਉਂਕਿ ਬਾਹਰੋਂ ਅਸੀਂ ਅਲੱਗ-ਅਲੱਗ ਹੋ ਸਕਦੇ ਹਾਂ, ਪਰ ਅੰਦਰ ਜਿਹੜੀ ਚੀਜ਼ ਹੈ ਉਹ ਇੱਕੋ ਹੀ ਹੈ। ਜਾਤ ਹਮਾਰੀ ਆਤਮਾ। ਇਸ ਲਈ ਦੇਖਿਆ ਜਾਵੇ ਤਾਂ ਦੁਨੀਆ ਤੇ ਲੱਖਾਂ ਹੀ ਜਾਤਾਂ ਹੈ, ਕਿਉਂਕਿ ਦੇਖਿਆ ਕਿ ਇੱਕ-ਇੱਕ ਕੌਮ ਦੇ ਅੰਦਰ ਵੀ ਕਈ ਜਾਤਾਂ ਨਿਕਲ ਆਉਂਦੀਆਂ, ਪਰ ਆਤਮਾ ਸਾਰਿਆਂ ਅੰਦਰ ਇੱਕੋ ਹੀ ਹੈ। ਉਹ ਪ੍ਰਮਾਤਮਾ ਦਾ ਅੰਸ਼। ਇਸ ਲਈ ਸਹੀ ਮਾਇਨੇ 'ਚ ਦੇਖਿਆ ਜਾਵੇ ਤਾਂ ਸਾਡੀ ਜਾਤ ਸਾਰਿਆਂ ਦੀ ਇੱਕੋ ਹੀ ਹੈ, ਕਿਉਂਕਿ ਸਾਡੇ ਸਾਰੇ ਅੰਦਰ ਪ੍ਰਮਾਤਮਾ ਦਾ ਨੂਰ ਇੱਕ ਹੈ, ਉਹ ਆਤਮਾ ਇੱਕ ਹੈ। ਇਸ ਲਈ ਪ੍ਰਾਣ ਹਮਾਰਾ ਨਾਮ। ਔਰ ਨਾਮ ਕੀ ਹੈ ਸਾਡਾ? ਇਹ ਪ੍ਰਾਣ ਆ ਜੋ ਜੀਵਨ ਚੱਲ ਰਿਹਾ ਨਾ ਸਾਡੇ ਅੰਦਰ, ਕਿਉਂਕਿ ਇਹੀ ਪ੍ਰਾਣ ਹੀ ਸਾਡਾ ਅਸਲੀ ਨਾਮ ਹੈ। ਜੇ ਪ੍ਰਾਣ ਚਲੇ ਗਏ ਤਾਂ ਕਾਹਦਾ ਨਾਮ ਰਹਿ ਗਿਆ? ਕੀ ਰਹਿ ਗਿਆ ਬੰਦਾ? ਫਿਰ ਤਾਂ ਮਿੱਟੀ ਹੈ। ਜਰਾ ਦੇਖੋ, ਬਾਹਰੋਂ ਨਾਮ ਅਸੀਂ ਕੁਝ ਵੀ ਰੱਖ ਲਈਏ, ਫਰਜ਼ ਕਰੋ ਬਾਹਰੋਂ ਕਿਸੇ ਨੇ ਕਰਮ ਚੰਦ ਰੱਖਿਆ ਹੈ, ਤਾਂ ਜਦੋਂ ਮਰਜ਼ੀ ਬਦਲ ਕੇ ਕਰਮ ਸਿੰਘ ਕਰ ਲਵੇ, ਕਰਮ ਖਾਨ ਕਰ ਲਵੇ, ਕਰਮ ਸ਼ਰਮਾ ਕਰ ਲਵੇ, ਉਹਦੇ ਵਾਸਤੇ ਕੀ ਹੈ? ਬਸ 2 ਅਖਬਾਰਾਂ 'ਚ ਐਡ ਦੇਣੀ ਪੈਣੀ ਹੈ ਕਿ ਮੈਂ ਆਪਣਾ ਨਾਮ ਚੇਂਜ ਕਰਕੇ ਆ ਰੱਖ ਲਿਆ। ਬਾਹਰੋਂ ਨਾਮ ਤਾਂ ਕੋਈ ਵੀ ਅਸੀਂ ਚੇਂਜ ਕਰ ਸਕਦੇ ਹਾਂ, ਪਰ ਇੱਕ ਨਾਮ ਐਸਾ ਜਿਹੜਾ ਅਸੀਂ ਚੇਂਜ ਨਹੀਂ ਕਰ ਸਕਦੇ, ਪ੍ਰਾਣ। ਇਹ ਨਹੀਂ ਅਸੀਂ ਬਦਲ ਸਕਦੇ। ਜੇ ਸਹੀ ਮਾਇਨੇ ਦੇਖਿਆ ਜਾਵੇ ਉਹ ਇੱਕੋ ਹੀ ਹੈ। ਇਸ ਲਈ ਫਕੀਰ ਕਹਿੰਦੇ ਹੈ ਜਾਤ ਹਮਾਰੀ ਆਤਮਾ, ਪ੍ਰਾਣ ਹਮਾਰਾ ਨਾਉ, ਅਲਖ ਹਮਾਰਾ ਇਸ਼ਟ ਹੈ। ਔਰ ਮੇਰਾ ਇਸ਼ਟ, ਮੇਰਾ ਭਗਵਾਨ ਅਲਖ ਹੈ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਜੋ ਬੋਲਿਆ ਨਹੀਂ ਜਾ ਸਕਦਾ, ਜਿਹਦਾ ਕੋਈ ਆਕਾਰ ਨਹੀਂ ਹੈ, ਉਹ ਅਲਖ ਹੈ। ਇਸ ਲਈ ਜ਼ਰਾ ਸਮਝ ਕੇ ਦੇਖਣਾ ਕਿ ਪ੍ਰਮਾਤਮਾ, ਉਹ ਪ੍ਰਭੂ, ਉਹ ਵਾਕਈ ਲਖਿਆ ਨਹੀਂ ਜਾ ਸਕਦਾ। ਜੇ ਤੁਸੀਂ ਉਹਦੇ ਬਾਰੇ ਕੁਝ ਬੋਲਣਾ ਚਾਹੋ ਤਾਂ ਤੁਸੀਂ ਕੀ ਬੋਲੋਗੇ ਉਹਦੇ ਬਾਰੇ? ਕੁਝ ਹੈ ਸ਼ਬਦ ਪ੍ਰਮਾਤਮਾ ਬਾਰੇ ਬੋਲਣ ਨੂੰ? ਅਸੀਂ ਸਿਰਫ ਇੰਨਾ ਕਹਿ ਸਕਦੇ ਹਾਂ, ਪ੍ਰਮਾਤਮਾ ਨਿਰਭਉ ਹੈ, ਨਿਰਵੈਰ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਉਹਨੂੰ ਕਿਸੇ ਨਾਲ ਵੈਰ ਨਹੀਂ ਹੈ। ਪਰ ਇਹ ਉਹਦੀ ਸਿਫਤ ਹੈ, ਇਹ ਉਹਦੇ ਗੁਣ ਹੈ। ਸਮਝਦੇ ਹੋ ਨਾ? ਜਿੱਦਾਂ ਆਪਾਂ ਕਿਸੇ ਇਨਸਾਨ ਨੂੰ ਕਹਿ ਦਈਏ ਇਹ ਬੰਦਾ ਬੜਾ ਬਹਾਦਰ ਹੈ, ਹੁਣ ਉਹ ਬੰਦਾ ਬਹਾਦਰ ਹੈ, ਇਹ ਉਹਦੀ ਸਿਫਤ ਹੋ ਗਈ, ਪਰ ਉਹ ਬੰਦਾ ਕੌਣ ਹੈ ਉਹਦੇ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ। ਜਿੱਦਾਂ ਫਰਜ਼ ਕਰੋ ਅਸੀਂ ਕਿਸੇ ਬਾਰੇ ਦੱਸੀ ਜਾਈਏ ਤੁਹਾਨੂੰ ਕਿ ਇੱਕ ਆਦਮੀ ਹੈ, ਉਹ ਆਦਮੀ ਭਾਈ ਇੱਕ ਹੱਥ ਨਾਲ ਟਰੱਕ ਚੱਕ ਦਿੰਦਾ ਹੈ, ਤੁਸੀਂ ਕਹਿਣਾ ਬੜਾ ਬਹਾਦਰ ਹੈ, ਇੰਨੀ ਤਾਕਤ। ਇੱਕ ਆਦਮੀ ਹੈ, ਉਹ ਜੰਪ ਮਾਰਦਾ ਤਾਂ 20 ਫੁੱਟ ਜਾ ਕੇ ਛਾਲ ਮਾਰਦਾ ਹੈ, ਤਾਂ ਉਹਦੇ ਨਾਲ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਉਹਦੀ ਕੁਆਲਿਟੀ ਕੀ ਹੈ, ਪਰ ਬੰਦੇ ਬਾਰੇ ਕੀ ਪਤਾ ਲੱਗੇਗਾ? ਬੰਦਾ ਕਿਦਾਂ ਦਾ ਹੈ, ਉਹਦੀ ਸ਼ਕਲ ਕੀ ਹੈ, ਉਹਦੀ ਸੂਰਤ ਕੀ ਹੈ, ਪਤਾ ਲੱਗਾ ਕੁਛ? ਜਰਾ ਦੱਸੋ। ਇਸੇ ਤਰ੍ਹਾਂ ਜੇ ਤੁਸੀਂ ਸਹੀ ਮਾਇਨੇ ਦੇਖੋ ਤਾਂ ਪ੍ਰਮਾਤਮਾ ਬਾਰੇ ਵੀ ਸਾਨੂੰ ਸਿਫਤਾਂ ਦਾ ਪਤਾ ਹੈ ਕਿ ਪ੍ਰਮਾਤਮਾ ਦੀ ਸ਼ਕਤੀ ਕੀ ਹੈ, ਤਾਕਤ ਕੀ ਹੈ, ਪਰ ਉਹਦੇ ਬਾਰੇ ਤਾਂ ਪਤਾ ਹੀ ਨਹੀਂ ਕੋਈ ਹੈ ਕੀ। ਜਰਾ ਸੋਚੋ। ਇਸ ਲਈ ਅਲਖ ਕੇ ਹੀ ਉਹਨੂੰ ਜਾਂਦਾ ਹੈ ਕਿ ਜਿਹਦੇ ਬਾਰੇ ਲਖਿਆ ਜਾ ਹੀ ਨਹੀਂ ਸਕਦਾ। ਉਹਦੀ ਸਿਫਤ ਤਾਂ ਕੀਤੀ ਜਾ ਸਕਦੀ ਹੈ ਕਿ ਉਹ ਬਹੁਤ ਬੜਾ ਹੈ, ਪਰ ਲਖਿਆ ਨਹੀਂ ਜਾ ਸਕਦਾ, ਉਹਦੇ ਬਾਰੇ ਬੋਲਿਆ ਨਹੀਂ ਜਾ ਸਕਦਾ, ਕਿਉਂਕਿ ਜੇ ਲਖਿਆ ਜਾ ਸਕਦਾ ਤਾਂ ਉਹਦੀ ਕੋਈ ਤਸਵੀਰ ਬਣ ਜਾਣੀ ਸੀ। ਪਰ ਅਲਖ, ਬਸ ਉਹਨੂੰ ਤਾਂ ਜਾਣਿਆ ਜਾ ਸਕਦਾ ਹੈ। ਜਾਣਿਆ ਦਾ ਕੀ ਮਤਲਬ ਹੈ? ਜਾਣਿਆ ਦਾ ਮਤਲਬ ਕੀ ਹੈ ਕਿ ਇੱਥੇ ਇਦਾਂ ਸਮਝ ਲਓ ਕਿ ਜਿੱਦਾਂ ਸਵਾਦ ਨੂੰ ਜਾਣਿਆ ਜਾ ਸਕਦਾ ਹੈ, ਸਵਾਦ ਨੂੰ ਤਸਵੀਰਾਂ 'ਚ ਨਹੀਂ ਬਣਾਇਆ ਜਾ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਅਸੀਂ ਤੁਹਾਨੂੰ ਇੱਕ ਐਪਲ ਦਈਏ ਕਿ ਲੈ ਵੀ ਖਾ, ਤੁਸੀਂ ਕਹਿੰਦਾ ਐਪਲ ਬੜਾ ਮਿੱਠਾ ਹੈ, ਸਵਾਦ ਹੈ। ਇਹ ਕਹਿੰਦਾ ਸਵਾਦ ਕਿੱਦਾਂ ਦਾ? ਤਸਵੀਰ ਬਣਾ ਕੇ ਦੱਸ, ਇਹ ਸਵਾਦ ਦੀ ਫੋਟੋ ਬਣਾ ਕੇ ਦੱਸ। ਤਾਂ ਤੁਸੀਂ ਕਹਿੰਦਾ ਸਵਾਦ ਦੀ ਫੋਟੋ ਨਹੀਂ ਬਣਾਈ ਜਾ ਸਕਦੀ, ਉਹ ਤਾਂ ਜਿਹੜਾ ਖਾਏਗਾ ਉਹ ਜਾਣ ਸਕਦਾ ਕਿ ਸਵਾਦ ਕੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਹੈ। ਕਿਸੇ ਨੇ ਮਹਾਤਮਾ ਬੁੱਧ ਨੂੰ ਕਿਹਾ ਕਿ ਮੈਨੂੰ ਪ੍ਰਮਾਤਮਾ ਬਾਰੇ ਦੱਸੋ, ਮਹਾਤਮਾ ਬੁੱਧ ਕਹਿੰਦੇ ਰੁੱਖ, ਦੱਸਿਆ ਨਹੀਂ ਜਾ ਸਕਦਾ। ਜੇ ਤੂੰ ਕਹੇਗਾ ਮੈਂ ਜਾਣਨਾ ਹੈ, ਉਹ ਸਵਾਦ ਲੈਣਾ ਹੈ, ਤੈਨੂੰ ਅਸੀਂ ਤਿਆਰ ਕਰ ਸਕਦੇ ਹਾਂ ਕਿ ਤੂੰ ਉਹ ਸਵਾਦ ਲੈ ਸਕੇ, ਪਰ ਜੇ ਤੂੰ ਕਹੇ ਦੱਸੋ ਤਾਂ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਫਿਰ ਗੱਲ ਇੱਥੇ ਖਤਮ। ਅੱਜ ਅਸੀਂ ਸਿਰਫ ਜਾਣਕਾਰੀ ਚਾਹੁੰਦੇ ਹਾਂ ਕਿ ਪ੍ਰਮਾਤਮਾ ਬਾਰੇ ਦੱਸੋ, ਇਸੇ ਲਈ ਤਾਂ ਗੁਰੂਆਂ ਨੂੰ ਦੱਸਣਾ ਪਿਆ ਕਿ ਉਹ ਨਿਰਭਉ ਹੈ, ਉਹ ਨਿਰਵੈਰ ਹੈ, ਪਰ ਕਦੀ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਉਹਨੂੰ ਜਾਣੀਏ ਕਿ ਉਹ ਸਵਾਦ ਕੀ ਹੈ, ਉਹ ਆਨੰਦ ਕੀ ਹੈ। ਜਿਹਦੇ ਬਾਰੇ ਗੁਰੂਆਂ ਨੇ ਗੱਲ ਕੀਤੀ, ਜਰਾ ਦੇਖੀਏ ਤਾਂ ਸਹੀ, ਉਹ ਹੈ ਕੈਸਾ, ਉਹ ਪਰਮਾਨੰਦ ਹੈ ਕੈਸਾ, ਉਹਦੇ ਬਾਰੇ ਅਸੀਂ ਕਦੀ ਕੋਸ਼ਿਸ਼ ਨਹੀਂ ਕੀਤੀ। ਜਿਹਦਾ ਇੱਕ ਬੰਦਾ ਕਹਿੰਦਾ ਤਾਜ ਮਹਿਲ ਬਾਰੇ ਦੱਸੋ, ਤਾਂ ਕੋਈ ਦੱਸ ਦੇਵੇ ਤਾਜ ਮਹਿਲ ਇਦਾਂ ਹੈ, ਇਦਾਂ ਸੋਹਣਾ ਹੈ, ਉਹ ਸਫੇਦ ਪੱਥਰ ਸੰਗਮਰਮਰ ਦਾ ਬਣਿਆ ਹੈ, 4 ਮੀਨਾਰਾਂ ਹੈ, ਤਾਂ ਜ਼ਰਾ ਗੌਰ ਕਰਨਾ। ਹੁਣ ਇੱਕ ਬੰਦਾ ਸਿਰਫ ਜਾਣਕਾਰੀ ਲੈ ਲੈਂਦਾ, ਤੇ ਇੱਕ ਕਹਿੰਦਾ ਜੇ ਹੁਣ ਜਾਣਿਆ ਤਾਂ ਮੈਂ ਜਾ ਕੇ ਦੇਖਣਾ ਵੀ ਹੈ, ਕਿਉਂਕਿ ਜੋ ਦੇਖ ਕੇ ਨਜ਼ਾਰਾ ਆਣਾ ਹੈ ਉਹ ਸੁਣ ਕੇ ਕਿੱਥੋਂ ਆਏਗਾ?
ਪਰ ਇਹ ਵੀ ਗੱਲ ਹੈ ਕਿ ਸੁਣਨਾ ਵੀ ਜ਼ਰੂਰੀ ਹੈ, ਕਿਉਂਕਿ ਸੁਣਾਂਗੇ ਉਹਦੀ ਜਾਣਕਾਰੀ ਮਿਲੇਗੀ, ਫੇਰ ਹੀ ਜਾਣ ਦੀ ਕੋਸ਼ਿਸ਼ ਅਸੀਂ ਕਰਾਂਗੇ। ਜਿਹਦੇ ਬਾਰੇ ਸਾਨੂੰ ਜਾਣਕਾਰੀ ਨਾ ਹੋਵੇ ਉਹਦੇ ਵੱਲ ਜਾਣਾ ਵੀ ਕੀ ਹੈ ਅਸੀਂ? ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਸੁਣਨਾ ਵੀ ਜ਼ਰੂਰੀ ਹੈ। ਇਸ ਲਈ ਗੁਰੂਆਂ ਰਹਿਬਰਾਂ ਕੋਲ ਬੈਠਣਾ ਵੀ ਜ਼ਰੂਰੀ ਹੈ। ਉਹਨਾਂ ਦੇ ਬਚਨ ਸੁਣਾਂਗੇ ਤਾਂ ਸਾਨੂੰ ਜਾਣਕਾਰੀ ਹੋਏਗੀ ਕੋਈ ਹੈ ਤਾਕਤ, ਕੋਈ ਹੈ ਪ੍ਰਮਾਤਮਾ ਪ੍ਰਭੂ, ਬਸ ਹੁਣ ਅਸੀਂ ਉਹਨੂੰ ਪਾਣਾ ਹੈ। ਬਸ ਸੁਣ ਕੇ ਜਿਹੜਾ ਉਸ ਸਫ਼ਰ ਤੇ ਨਿਕਲ ਪੈਂਦਾ ਹੈ ਉਹੀ ਉਸ ਆਨੰਦ ਤੱਕ ਪਹੁੰਚ ਕੇ ਆਪਣੇ ਜਨਮ ਨੂੰ ਸਫਲ ਬਣਾਉਂਦਾ ਹੈ। ਇਸ ਲਈ ਸਿਰਫ ਸੁਣੀਏ ਨਾ, ਉਹਨੂੰ ਪਾਣ ਦੀ ਕੋਸ਼ਿਸ਼ ਕਰੀਏ। ਇਸ ਲਈ ਅਲਖ ਹਮਾਰਾ ਇਸ਼ਟ ਹੈ ਔਰ ਗगन ਹਮਾਰਾ ਗਾਉਂ। ਉਹ ਅਲਖ ਮੇਰਾ ਇਸ਼ਟ ਹੈ ਔਰ ਗगन ਹਮਾਰਾ ਗਾਉਂ। ਗगन ਮਤਲਬ ਕਹਿੰਦੇ ਨਾ ਉਲਟਾ ਕੁਆਂ ਗगन ਮੇ ਤਿਸਮੇ ਜਰੇ ਚਿਰਾਗ। ਇਹ ਤੁਹਾਡੇ ਅੰਦਰ ਹੀ ਉਹ ਗगन ਜਿਹਨੂੰ ਸਹਿਸਤਰਾਰ ਚੱਕਰ ਕਿਹਾ ਜਾਂਦਾ ਹੈ। ਇੱਥੇ ਜਦੋਂ ਸੁਰਤੀ ਉੱਥੇ ਚੜ ਜਾਂਦੀ ਹੈ, ਕਹਿੰਦੇ ਹੁਣ ਉਹ ਸਾਡਾ ਗਾਉਂ ਹੈ, ਕਿਉਂਕਿ ਸਾਡੀ ਸੁਰਤੀ ਹਰ ਵੇਲੇ ਉੱਥੇ ਰਹਿੰਦੀ ਹੈ। ਸਰੀਰ ਦੀ ਗੱਲ ਨਹੀਂ ਹੋ ਰਹੀ ਹੈ, ਕਿਉਂਕਿ ਕਈ ਵਾਰ ਸਰੀਰ ਤੁਹਾਡਾ ਸਤਸੰਗ 'ਚ ਬੈਠਾ ਹੁੰਦਾ ਪਰ ਸੁਰਤੀ ਤੁਹਾਡੀ ਬਾਜ਼ਾਰ 'ਚ ਹੁੰਦੀ ਹੈ, ਤਾਂ ਤੁਸੀਂ ਬਾਜ਼ਾਰ 'ਚ ਹੀ ਘੁੰਮ ਰਹੇ ਹੋ। ਫਿਰ ਜਿੱਥੇ ਬੰਦੇ ਦੀ ਸੁਰਤੀ ਹੁੰਦੀ ਉੱਥੇ ਵਾਸ। ਜੇ ਦੁਨੀਆ 'ਚ ਤੁਰਦੇ ਫਿਰਦੇ ਤੁਹਾਡੀ ਸੁਰਤੀ ਸਹਿਸਤਰਾਰ ਨਾਲ ਜੁੜ ਗਈ, ਉਸ ਗगन ਤੱਕ ਪਹੁੰਚ ਗਈ, ਜਿੱਥੇ ਉਹ ਚਿਰਾਗ ਜਗ ਰਿਹਾ ਅੰਦਰ, ਉੱਥੇ ਤੱਕ ਪਹੁੰਚ ਗਈ, ਤਾਂ ਸਮਝ ਲਓ ਫਿਰ ਤੁਹਾਡਾ ਵਾਸ ਉਹੀ ਹੋ ਗਿਆ, ਤੁਹਾਡਾ ਗਾਉਂ ਉਹੀ ਹੋ ਗਿਆ। ਇਸ ਲਈ ਤਾਂ ਗੁਰੂਆਂ ਨੇ ਵੀ ਕਿਹਾ ਨਾ, ਸ਼੍ਰੀ ਗੁਰੂ ਰਵਿਦਾਸ ਜੀ ਨੇ, ਕਿ ਬੇਗਮਪੁਰਾ, ਕਿਹੜੇ ਸ਼ਹਿਰ ਦਾ ਨਾਮ ਕੀ ਹੈ ਸਾਡਾ? ਬੇਗਮਪੁਰਾ। ਹੁਣ ਬੇਗਮਪੁਰਾ ਮਤਲਬ ਬਾਹਰ ਨਾ ਲੱਭੋ ਕਿਤੇ, ਕਿਉਂਕਿ ਬਾਹਰ ਤਾਂ ਜਿੱਥੇ ਜਾਓਗੇ ਗਮ ਹੀ ਗਮ ਮਿਲਨੇ ਹੈ, ਦੁਖੀ ਲੋਕ ਹੀ ਮਿਲਨੇ ਹੈ। ਉਹ ਗੱਲ ਕਰ ਰਹੇ ਕਿ ਅੰਦਰ ਇੱਕ ਐਸਾ ਮੁਕਾਮ ਹੈ, ਇੱਕ ਐਸੀ ਮੰਜ਼ਿਲ ਹੈ ਕਿ ਜਦੋਂ ਤੁਹਾਡੀ ਸੁਰਤੀ ਉੱਥੇ ਚਲੀ ਗਈ ਤਾਂ ਤੁਹਾਡੇ ਸਾਰੇ ਗਮ ਦੂਰ ਹੋ ਜਾਂਦੇ, ਫਿਰ ਤੁਹਾਡੇ ਜੀਵਨ 'ਚ ਆਨੰਦ ਹੈ। ਬਸ ਉਹ ਹੈ ਸਾਡਾ ਗਾਉਂ, ਉਹ ਹੈ ਸਾਡਾ ਸ਼ਹਿਰ। ਔਰ ਉਹ ਸ਼ਹਿਰ ਸਭ ਦੇ ਅੰਦਰ ਹੈ, ਪਰ ਉੱਥੇ ਤੱਕ ਪਹੁੰਚਦਾ ਕੋਈ ਵਿਰਲਾ ਹੀ ਹੈ ਜਿਹੜਾ ਉਹ ਸ਼ਹਿਰ ਨੂੰ ਜਾਣਨ ਦੀ ਯੁਕਤੀ ਲੈ ਲੈਂਦਾ ਹੈ ਕਿ ਮੈਂ ਪਹੁੰਚਣਾ ਕਿੱਦਾਂ ਹੈ। ਉਹੀ ਉਸ ਬੇਗਮਪੁਰੇ ਤੱਕ ਪਹੁੰਚ ਪਾਉਂਦਾ ਹੈ। ਇਸ ਲਈ ਅਸੀਂ ਵੀ ਕੋਸ਼ਿਸ਼ ਕਰੀਏ, ਉਹ ਪਰਮਾਨੰਦ ਸਾਡੇ ਅੰਦਰ ਹੈ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਉਸ ਪਰਮਾਨੰਦ ਨੂੰ ਪਾਉਣ ਦੀ ਯੁਕਤੀ ਲੈ ਕੇ ਆਪਣੇ ਅੰਦਰ ਉਸ ਆਨੰਦ ਤੱਕ ਪਹੁੰਚੀਏ, ਉਹ ਪਰਮ ਸ਼ਾਂਤੀ ਤੱਕ ਪਹੁੰਚੀਏ, ਤਾਂ ਕਿ ਸਾਡੇ ਵੀ ਸਾਰੇ ਗਮ ਦੂਰ ਹੋ ਜਾਣ।